आओ बड़े प्यार या सत्कार दे नाल इस अस्थान ते चल रही श्री गुरु पंथ प्रकाश ग्रंथ की कथा विचार सो सरवण करके लाभ प्राप्त करो जी। कल आप प्रसंग सरवण कर रहे सी, प्यार नाल सुनो, उच्चारण करो जी। सतनाम श्री वाहिगुरु जी। सतनाम श्री वाहिगुरु जी। जट कहियो मोहे बेटी देवै। नजीब खान हिला सूरजमल की पुत्री लै गया सी जबरदस्ती चुक के, जो कि जवाहर मल की भैन लगती सी। ओह जवाहर मल जट कह लगा कि मैनू आपकी कुड़ी देवे, उसके बदले विच जदों मेरी भैन नूं लै गया सी उसके बदले वो मेरा सहुरा बने, मैं इसका जवाई बना। साध हमारे फेरे करेवै। मेरे नाल आपकी लड़की दे फेरे करावे, पा मेरे नाल ब्याहे आपकी लड़की। दोहरा मलार कहियो उस धी नहीं, यही बनी लाचार। तो मलार मरहटा कह लगा कि बड़ी लाचारी वाली गल तो यही बनी है कि उस नजीब खान के घर कोई धी नहीं है। तो फिर वो दस इसका की इलाज करे, वो हुण किथों तेनों धी ब्याह देवे। करोड़ रुपये धी बदल उस तै दयो लिखार। मैं तुहानू धी दे बदले उहदे करोड़ रुपया उस तो लिखा देंगा। करोड़ रुपया तू भरा लै उस तो, तू ये समझ लै कि उसकी धी का साग ले लिया है मैं। जाओ पई तबे जवाहर ऐस न मानी। तद जवाहर मल ने ये नहीं गल मनी, कहना भी मेरे पसंद की गल नहीं है, मैं नहीं मानदा। पितो ना बेचो पदम निशानी। नजीब खान जे पदम रुपया भी दे देवे तां भी अपने पिता नूं मैं नहीं बेचदा। कई करोड़ खर्च आयु मेरा। वेख मैं इन्नी मुहिम इकट्ठी की है, इन्नियां फौजा लिया हाँ, इस पर कई को करोड़ रुपया तो मेरा यही खर्च हो गया है। और करूं मैं खर्च कनेरा। मैनू कोई भी परवाह नहीं है, और मैं अजे होर भी बथेरा खर्च करांगा, भावें करोड़ों रुपया मेरा होर खर्चिया जावे। यह सुन बात कहे जग लोई। ये सुन के किसने रुपया ले लिया है, नजीब खान हिले तो दुनिया के लोग कहणगे पिता खून दयो टकिया न तोई। पिता का खून टकिया दे वटे बेच दिता है, तू पैसे ले लए ने अजे पिता का खून मुआफ कर दिता है उसने, इंज मेरी बदनामी होवेगी। तब मदार राय बात विचारी। तद मलाला मरहटे ने गल नूं विचारिया है। अगलन कुसनन पुरसन जैसे सवारी। कह लगा जिवें अगले पुरुष सवार दे आए, सुलह तो मुढ़ तो लैके कर दी आए ने, जिवें वो कर दी आए आपां उवें कर लैंदे हां तरीका। आद अंत जिव होती आई। जिवें मुढ़ तो अखीर तक हुंदी आई है। सो बात तुम ले हो करवाई। ओह गल तू करवा ले भाई, जिस तरीके नाल दुनिया कर दी आई है
ਸੁਲਹ ਉਸੇ ਢੰਗ ਨਾਲ ਆਪਾਂ ਸੁਲਹ ਕਰ ਲਈਏ। ਡੋਲਾ ਕਲਾਵੈ ਪ੍ਰਥਮ ਤੁਮ ਪਾਹੇ। ਪਹਿਲਾਂ ਤੇਰੇ ਕੋਲ ਲੜਕੀ ਦਾ ਡੋਲਾ ਭੇਜ ਦੇਵੇਗਾ। ਤੈਨੂੰ ਲੜਕੀ ਚਾਹੀਦੀ ਹੈ, ਉਹ ਕਿਸੇ ਹੋਰ ਅਮੀਰ ਵਜ਼ੀਰ ਦੀ ਲੜਕੀ ਖਰੀਦ ਕੇ ਆਪਣੀ ਲੜਕੀ ਬਣਾ ਕੇ ਉਸ ਦਾ ਡੋਲਾ ਤੈਨੂੰ ਪੇਸ਼ ਕਰ ਦਿੰਦੇ ਹਾਂ। ਕਾਰਜ ਬੇਟੀ ਉਸੇ ਬਣਵਾਏ। ਇਸ ਕਾਰਜ ਵਾਸਤੇ ਨਜੀਬ ਖਾਨ ਉਸ ਨੂੰ ਆਪਣੀ ਬੇਟੀ ਬਣਾ ਲਵੇਗਾ। ਜੀਵਰ ਸਹਿਤ ਇਉ ਖਿਦਮਤਦਾਰ। ਸਮੇਤ ਜੀਵਨਾਂ ਦੇ ਅਤੇ ਨਾਲ ਉਸਦੇ ਟਹਿਲਣ ਗੋਲੀਆਂ ਸਭ ਉਸੇ ਤਰ੍ਹਾਂ ਸ਼ਾਹੀ ਠਾਠ ਦੇ ਨਾਲ ਤੋਰਨਗੇ। ਊਤ ਆਦ ਜਿਮ ਜਗ ਵਿਵਹਾਰ। ਜਿਵੇਂ ਜਗ ਦਾ ਵਿਵਹਾਰ ਚੱਲਿਆ ਆਉਂਦਾ ਹੈ, ਪਿੱਛੋਂ ਦੋ ਤਰੀਕਾ ਚੱਲਿਆ ਆਉਂਦਾ, ਉਸੇ ਤਰ੍ਹਾਂ ਹੀ ਕਰ ਲੈਂਦੇ ਹਾਂ। ਯਹੀ ਬਾਤ ਮਨ ਜਵਾਹਰ ਮੰਨ ਲਈ। ਇਹ ਗੱਲ ਜਵਾਹਰ ਮਲ ਨੇ ਮੰਨ ਲਈ ਹੈ। ਜਦੋਂ ਐਸੀਆਂ ਗੱਲਾਂ ਸਮਝਾਈਆਂ ਤਾਂ ਜਵਾਹਰ ਮਲ ਮੰਨ ਗਿਆ ਕਿ ਠੀਕ ਹੈ, ਜੇ ਇਹ ਵਿਹਾਰ ਹੈਗਾ ਦੁਨੀਆ ਦਾ ਚੱਲਦਾ, ਅੱਗੇ ਕਿ ਆਪਣੀ ਉਸ ਦੀ ਲੜਕੀ ਨਹੀਂ ਹੈ, ਕਿਸੇ ਦੀ ਲੜਕੀ ਆਪਣੀ ਧੀ ਬਣਾ ਕੇ ਵਿਆਹ ਦਿਓ ਕਰਦੇ ਹਨ ਲੋਕ, ਉਵੇਂ ਅਸੀਂ ਕਰ ਲਈਏ। ਥੀ ਗੱਲ ਰੁਹੇਲੇ ਜਿੰਦ ਲਾ ਆਈ। ਕਿਉਂਕਿ ਨਜੀਬ ਖਾਨ ਰੁਹੇਲੇ ਦੀ ਤਾਂ ਹੁਣ ਜਾਣ ਤੱਕ ਗੱਲ ਆ ਗਈ ਸੀ। ਅਹਿਮਦ ਸ਼ਾਹ ਉਸ ਦੀ ਮਦਦ ਤੇ ਆ ਨਹੀਂ ਸਕਦਾ ਕਿ ਇਸ ਦੇ ਤੇ ਕੋਈ ਹੱਲਾ ਹੋਇਆ ਤਾਂ ਇਸ ਦਾ ਕੋਈ ਬਚਾਓ ਨਹੀਂ ਹੋਣਾ। ਹੁਣ ਨਜੀਬ ਖਾਨ ਦੀ ਮੌਤ ਤੱਕ ਗੱਲ ਆ ਗਈ ਸੀ, ਜਿਸ ਕਰਕੇ ਇਹ ਮੰਨ ਗਿਆ ਹੈ। ਦੋਹਰਾ ਪ੍ਰਥਮੇ ਡੋਲਾ ਘਲ ਗਇਓ, ਸਾਥ ਗੋਲੀ ਗੋਲੇ ਲਵਾਏ। ਸਭ ਤੋਂ ਪਹਿਲਾਂ ਨਜੀਬ ਖਾਨ ਨੇ ਵਜ਼ੀਰ ਦੀ ਲੜਕੀ ਲੈ ਕੇ ਉਸ ਨੂੰ ਆਪਣੀ ਧੀ ਬਣਾ ਕੇ ਉਸ ਦੇ ਗੋਲੀਆਂ ਗੋਲੇ ਦੇ ਕੇ ਉਹਦਾ ਡੋਲਾ ਜਵਾਹਰ ਮਲ ਦੇ ਘਰ ਕਰ ਦਿੱਤਾ ਹੈ। ਜਵਾਹਰ ਦੌਲਤ ਬਹੁ ਗਈ ਪਰ ਡੋਲੇ ਸੋ ਗਿਰਾਏ। ਨਜੀਬ ਖਾਨ ਨੇ ਬਹੁਤ ਸਾਰੀ ਜਵਾਹਰਾਤ ਅਤੇ ਧਨ ਦੌਲਤ ਦਿੱਤੀ ਹੈ ਡੋਲੇ ਦੇ ਨਾਲ, ਅਤੇ ਡੋਲੇ ਤੋਂ ਬਹੁਤ ਸਾਰੀ ਮਾਇਆ ਵਾਰ ਕੇ ਸੁੱਟੀ ਹੈ। ਚੌਪਈ ਬਹੁਤ ਖਰਚ ਉਨ ਗੋਲਕ ਦਇਓ। ਗੋਲੇ ਤੇ ਗੋਲੀਆਂ ਨੂੰ ਬਹੁਤ ਧਨ ਦਿੱਤਾ ਹੈ ਉਸਨੇ ਨਜੀਬ ਖਾਨ ਨੇ। ਆਇਓ ਸੋ ਖੁਸ਼ ਹੋਏ ਗਇਓ। ਉਹ ਗੋਲੇ ਗੋਲੀਆਂ ਆਏ ਨੇ ਬਣ ਕੇ, ਉੱਥੇ ਥੋੜੇ ਰਹਿਣਾ ਸੀ ਉਹਨਾਂ ਨੇ। ਉਹ ਪ੍ਰਸੰਨ ਹੋ ਕੇ ਆਪ ਆਪਣੇ ਘਰਾਂ ਨੂੰ ਚਲੇ ਗਏ ਹਨ। ਲਾਗੀਆਂ ਜਿਮ ਉਨ ਦਈ ਵਧਾਈ। ਜਿਵੇਂ ਲਾਗੀ ਵਧਾਈਆਂ ਦਿੰਦੇ ਨੇ, ਉਸੇ ਤਰ੍ਹਾਂ ਹੀ ਉਹਨਾਂ ਲਾਗੀਆਂ ਨੂੰ ਵਧਾਈਆਂ ਦਿੱਤੀਆਂ। ਆਪਨ ਪੀ ਘਰ ਕਰੀ ਵਧਾਈ। ਨਜੀਬ ਖਾਨ ਰੁਹੇਲੇ ਨੇ ਆਪਣੀ ਧੀ ਬਣਾਈ ਸੀ, ਇਸ ਕਰਕੇ ਆਪਣੇ ਘਰ ਵੀ ਬਹੁਤ ਖੁਸ਼ੀਆਂ ਕੀਤੀਆਂ। ਬਜਵਾਏ ਸ਼ਬਿਆਂ ਨੂੰ ਸ਼ਲਕੈ ਸ਼ੋਰੀ। ਜਵਾਹਰ ਮਲ ਨੇ ਵੀ ਖੁਸ਼ੀਆਂ ਵਿੱਚ ਸ਼ਦਿਆਨੋਂ ਵਾਜੇ ਵਜਾਏ ਅਤੇ ਤੋਪਾਂ ਦੇ ਗੋਲੀਆਂ ਦੀਆਂ ਸ਼ਲਖਾਂ ਕੀਤੀਆਂ। ਵੱਡੀ ਤੋਪ ਸੋ ਘਰ ਕੋ ਮੋੜੀ। ਕਿਉਂਕਿ ਹੁਣ ਸੁਲਾਹ ਹੋ ਗਈ ਹੈ, ਉਹਨੇ ਵੱਡੀਆਂ ਤੋਪਾਂ ਵਾਪਸ ਆਪਦੇ ਘਰ ਨੂੰ ਮੋੜ ਦਿੱਤੀਆਂ। ਦਏ ਨਿਸ਼ਾਨ ਗੜਵਾਏ ਪਿਛਾਹੇ। ਜਿਹੜੇ ਜੰਗੀ ਨਿਸ਼ਾਨ ਅੱਗੇ ਸੀ ਜਵਾਹਰ ਮਲ ਨੇ ਉਹ ਪਿੱਛੇ ਕਰ ਲਏ ਹਨ। ਮਲਾਰ ਰਾਏ ਕੀ ਲੱਗਿਓ ਸਲਾਹੇ। ਜਵਾਹਰ ਮਲ ਮਲਾਰਾ ਉਹਦੀ ਸਲਾਹ ਮਗਰ ਲੱਗ ਗਿਆ ਹੈ। ਨਵਾਬ ਡੇਰੇ ਫਿਰ ਮਿਲਿਓ ਆਏ। ਨਵਾਬ ਨਜੀਬ ਖਾਨ ਫਿਰ ਜਵਾਹਰ ਮਲ ਦੇ ਡੇਰੇ ਵਿੱਚ ਆ ਕੇ ਉਸ ਨੂੰ ਮਿਲਿਆ ਹੈ।
उजर खाई गयो सिरो हटाए। जो सिर पर मुसीबत आई सी, मौत आई सी, ਉਹਨੂੰ ਪਤਾ ਸੀ ਕਿ ਮੈਂ ਇਸ ਦਾ ਪਿਓ ਮਾਰਿਆ, ਇਹਨੇ ਛੱਡਣਾ ਨਹੀਂ, ਮੈਨੂੰ ਮਾਰ ਕੇ ਛੱਡਣਗੇ। ਉਸ ਬਲਾਉ ਨੂੰ ਸਿਰੋਂ ਟਾਲ ਗਿਆ ਹੈ। हाथी घोड़ा पग दुसाला, ਇੱਕ ਹਾਥੀ, ਇੱਕ ਘੋੜਾ, ਪੱਗ ਅਤੇ ਦੁਸ਼ਾਲੇ ਜੋ ਸ਼ਾਹੀ ਚੀਜ਼ਾਂ ਹੁੰਦੀਆਂ ਨੇ। उजर खाही को वरते उचाला, ਜਿਵੇਂ ਕਿਸੇ ਦੀ ਸ਼ਰਨ ਆ ਕੇ ਮੁਆਫੀ ਮੰਗੀ ਦੀ ਹੈ, ਜਿਵੇਂ ਇਹ ਸ਼ਿਆਨੀ ਭਰੀ ਦੀ ਹੈ, ਇਸ ਤਰ੍ਹਾਂ ਹੀ ਜਵਾਹਰ ਮਨ ਨੂੰ ਚੰਗਾ ਕੀਮਤੀ ਘੋੜਾ, ਚੰਗੇ ਸੋਹਣੇ ਹਾਥੀ, ਦੁਸ਼ਾਲੇ ਅਤੇ ਹੀਰੇ ਜਵਾਹਰਾਤ, ਸੋਨੇ ਦੇ ਗਹਿਣੇ, ਹੋਰ ਬਹੁਤ ਸਾਰਾ ਧਨ, ਹੋਰ ਤੋਹਫੇ, ਤਫਾਇਤ, ਨਜ਼ਰਾਨਾ ਭੇਟ ਕਰਨ ਦੀ ਚਾਲ ਵਰਤੀ ਇਸਨੇ। जय जयकार जगत में भयो, ऐसा चाला वेख के दुनिया ने सारे जगत विच जय जयकार हो गई है। पिता बैर खासो वै लयो, लुकाई कहती है कि जवाहर मल मर्द निकलिया, इसने अपने प्यो का पूरा बदला ले लिया, अपनी भैन के बदले उसकी धी लई। इउं सारे जग दे विच जवाहर मल दे जस का डंका बज गया है। कूच कराए नवाब घर को गयो, हुण नवाब नजीब खान हिला राजीनामा करके जवाहर मल नाल आप दिल्ली नूं चलिया गया। छडवाए प्राण सभी खुश पयो, जदों प्राण छुट गए, भाव जान बच गई, तो सब खुश हो गए। दोहरा दीनों फौज तुराए, दयो दरमा को हिसाब कर। जवाहर मल दी जिन्नी फौज सी उसका सारा खर्चा नजीब खान हिले दे सिर पिया। फरंगी, राजपूत, पईए, मरहटे, गुसाई आदि जिहड़े नौकर रखे सी, सब नूं नजरानी दे के प्रति महीना हिसाब करके सब तरह राजी करके तोरिया है फौज नूं। रहे जस जग छाए, सपूत जवाहर मल पयो। सारे संसार विच जवाहर मल सपुत्र दा जस छा गया, जय जयकार हो रही है जवाहर मल दी, जिसने अपने पिता का बदला लिया है। दोहरा अगे सुनो गल शाहे की, तिस मिलियो रोहिलो आए। अगे अहमद शाह अब्दाली की गल सुनो, उसनू नजीब खान हिला दिल्ली तो आके मिलिया है। तोहे इकबालो मैं बाय बच्चेओ, तिम इम तिन कहियो बनाए। तेरे प्रताप सदका मैं बच गया है, नहीं तो बुरा फसिया सा। इस तरह उसने बना के आखिया है। चौपई पेशकशी साहे आगे दई, अहमद शाह ने किया कि मैं सारी दिल्ली दी सल्तनत तेनू सौंपी है, तू ही सांभ। अपनो नैव कर दयो बहाई। नजीब खान हिले नू अपना कार मुख्तार करके बिठा दिता है दिल्ली विच। कहियो रोहेले हिंद बंदोबस्त करो, रोहिला उल्टा उसनू दबाव दिंदा है। कहना ना ना ये ना करो, तुसी हिंदुस्तान का बंदोबस्त करो आके। सूबे बायन की शाही करो, हिंदुस्तान दे 22 सूबियों ते बादशाही करो आके। तमूर शाही को लाहौर बहावो, तैमूर शाह अब्दाली का पुत्र है। तैमूर शाह नूं पंजाब की राजधानी लाहौर का सूबेदार बना के बिठाओ। सिरहंद फौज हम कुमक रखावो, साडी मदद वास्ते सरहद विच कुछ फौज रखाओ। जदों सानू लोड़ पवे ओह
साडी मदद ते आया करे। इहो सहायक फौज सानू देवो। शाहे अपनो जोर निहारो। अहमद शाह अब्दाली ने अपनी फौजी शक्ति वेखी है, अपनी फौज का बल परख के वेखिया है कि कितना को है। ਸਿੰਘਨ को पी जोर विचारियो। ਅਤੇ ਉਸਨੇ ਸਿੰਘਾਂ ਦੇ ਜ਼ੋਰ ਦੀ ਵੀ ਵਿਚਾਰ ਕੀਤੀ ਹੈ ਕਿ ਕਿੱਥੇ ਤਾਂ ਸਿੰਘ ਜੰਗਲਾਂ ਵਿੱਚ ਲੁਕੇ ਫਿਰਦੇ ਸੀ ਤੇ ਹੁਣ ਸ਼ੇਰਾਂ ਵਾਂਗ ਅੱਗਾ ਰੁਕੀ ਗਰਜਦੇ ਨੇ। ਹੁਣ ਇਹਨਾਂ ਦਾ ਕੌਣ ਟੱਕਰਾ ਕਰੇਗਾ। ਉਸਨੇ ਆਪਣੀ ਤੇ ਸਿੰਘਾਂ ਦੀ ਸਾਰੀ ਤਾਕਤ ਜੋ ਹੋ ਕੇ ਵੇਖੀ ਹੈ। शाहे कहियो हम शाही न लोड़। जान बची लाखों बाई वाली कहावत अनुसार अहमद शाह अब्दाली कहने लगा मैनू तो हिंदुस्तान की बादशाही की लोड़ नहीं है, मैं की करनी है बादशाही। मैं मुड़ जावो काबल ओड़। मैं नहीं इत्थे अटक सकता, मैं तो काबल की तरफ नू मुड़ जावांगा। पुजे उना दिल्ली फिर पयो पिछाहे। अहमद शाह डरदा मारा ਸਿੰਘਾਂ ਤੋਂ फिर दिल्ली नहीं पुजिया, उथों पछाण ही मुड़ गया है। सरहंद की उन डेरा आए। उसने अंबाले तो वापस आके सरहद डेरा ला लिया। सदे मलेरिए सब पठान। मलेर कोटले दे सारे पठाणों नूं सद्दिया अहमद शाह अब्दाली ने। तुम ले हो सिरहंद मोहे ते आण। किथे उदों धक्के नाल बंदोबस्त करदा सी, किथे हुण तरले लैंदा है कि तुसी साहब लवो, मेरे वल्लों तुसी रहो। उतों तो कह रहा है कि मैं तुहाडी पूरी मदद करांगा, तुसी आके मैथों सरहद लै लवो। दोहरा प्रथम नजराने लै मिले। सिरहंद पावनी लियो लिखाए। पहला तुसी नजराने लैके मैनू मिलो। 52 लाख दी सालाना आमदनी वाली सरहद मैथों लिखवा लवो। सूबेदारी तुम करो मामले लिहो चुकाए। तुसी मैनू मामला चुका लवो अति सरहद दी सूबेदारी आके करो। चौपई जवाब पठानन दयो सुनाए। मलेर कोटलीए पठाना ने अहमद शाह अब्दाली नूं अगों जवाब सुना दिता। तू बह लाहौर हम मिले तुम आए। तुसी लाहौर चल के बैठो, असीं उत्थे आके तुहानूं मिल के सरहद दी गल करांगे। ਸਿੰਘਨ को तू देह हटाए। पहला ਸਿੰਘਾਂ ਨੂੰ ਲਾਹੌਰ ਦੇ ਇਲਾਕੇ ਵਿੱਚੋਂ ਪਿੱਛੇ ਹਟਾ ਦਿਓ, ਬਾਹਰ ਕੱਢ ਦਿਓ, ਫਿਰ ਆਵਾਂਗੇ ਅਸੀਂ। ਤਾ ਤੋਹੇ ਹੋਵਗ ਟਕੋ ਉਗਰਾਹੇ। ਫਿਰ ਹੀ ਤੁਹਾਡੇ ਕੋਲੋਂ ਮਾਮਲਾ ਉਗਰਾ ਹੋਵੇਗਾ, ਫਿਰ ਹੀ ਕੋਈ ਪੈਸਾ ਟਕਾ ਮਾਮਲੇ ਦਾ ਦੇਵੇਗਾ ਤੁਹਾਨੂੰ, ਜੇ ਤੂੰ ਸਿੰਘਾਂ ਨੂੰ दूर हटा देवेगा। तो उस फिर अमर सिंह बुलायो। जदों पठाना ने अहमद शाह अब्दाली नूं जवाब दे दिता तो उसनूं पता लग गया कि ਸਿੰਘਾਂ तो डरदा मारा कोई नहीं सूबेदारी सामभदा, ਸਿੰਘਾਂ दा राज है पंजाब दे विच। तो उसने फिर पटियाले वाले अमर सिंह नूं बुलाया अपने कोल। उसै चाहत मद सिरहंद फसायो। उसनूं सरहद विच फसाउणा चाहिए कि मेरे वल्लों ये सरहद दा सूबेदार बन के बैठ जाए। अमर सिंह लयो पास बुलाए। अमर सिंह नूं अपने कोल बुलाया अहमद शाह अब्दाली ने। उसनों दीन राजो अखवाए। उसनूं राजा खवा दिता है, उसनूं अपने वल्लों राजे दा
खिताब दे दिता। कह लगा कि तू राजा होया मेरे वालों पंजाब देश दा। अमर सिंह करी शाह सो बात। अमर सिंह ने अहमद शाह दे नाल गलबात कीती। आहे खालसे हम मद हाथ। अमर सिंह कह लगा खालसा पंथ मेरे हाथ विच है। बच्चा सी, ना सोची ना गल कि खालसे की गल कित्थे तक अपनी हुई है। खालसे की वागडोरी मेरे हाथ विच है। जिवें मैं कहांगा उवें खालसा करेगा। ये उत्थे अमर सिंह पटियाले वाला शेखी मार बैठा। पाड़ खालसो तू मैं मिलाऊं। तुसी लाहौर चलो, मैं खालसे विच फुट पा के खालसे ने दो हिस्से करके एक तेनू लिया के मिला देवांगा। तुम चलो लाहौर मैं तुम पै लियाऊं। तुसी लाहौर चलो, मैं उत्थे लियावांगा सिखां नू पाड़ के। उन खालसे की कला न जानी। पर उस पटियाले वाले अमर सिंह ने खालसे पंथ की कला नू ना जानिया कि खालसे पंथ की कला हुण कित्थों तक अपनी हुई है। उन्हें बड़ियाई अपनी ठानी। सो उन्हें अपनी बड़ियाई की थी कि मेरे हाथ में है सब कुछ। जिवें मैं कहांगा खालसा पंथ उवें जिवें ही कर लवेगा। हाथी पाग मद सब को पैर। भाई रतन सिंह जी भंगू कहते हैं कि हाथी की पैड़ दे विच जिवें सारियां पैड़ा आ जांदियां ने। कही ना उन किछ खालस बैखैर। उसने खालसे पंथ की कुछ भी खैर समर्था नहीं कही है। जिवें शेखी मार बैठा कि मैं खालसे नूं तेनू मिला दिंदा लिया के। दोहरा अगे सुनो गल खालसे जिम गिलजे स्यों कीना। हुण अगे खालसे की गल सुनो जिवें खालसे ने अहमद शाह दे नाल कीता। लख सरहंदे जब जब तुरियो राहू लाहौर को लीन। अहमद शाह सरहद लंघ के जदों तुरिया अते लाहौर का रस्ता लिया, सरहद तो लाहौर नूं तुरिया है। जाओ पई सिंगन सब मिल लायो दीवाना। सब सिंघां ने मिल के दीवान लगाया है। एक थां पै लियो गुरमता ठान। एक जगह ते बैठ के खालसे ने गुरमता सोध लिया है। आप खड़ लड़ो शाहों के साथ। गुरमता पास हो गया कि हुण मैदान विच खड़ के अहमद शाह अब्दाली नाल जंग करिए, सामने खड़ के टाकरा करिए। देख दिखावो तिम तिस को हाथ। आपां वेखिए उसदे हथ अते उसनूं अपने हथ दिखाइए, उसकी ताकत वेखिए हुण किन्नी कु बाकी रह गई है। नित प्रत आन देत हम दुख। दुख निता प्रति हर साल ही सानू दुख दिंदा आके। हर साल ही आउंदा साडे देश विच लुट मार करदा है। बिना लड़े कब पाइए सुख। ये नहीं गल बननी, बिना लड़े तो असी कदों सुख पावांगे, बिना लड़े तो असी सुख नहीं पा सकते। जो बच रहूग सो दुख न पाऊग। खालसे ने गुरमता कर लिया कि जे आप शहीदियां पा जावांगे तो की है, जिहड़े बचणगे वो तो सुख लैणगे ना, उन्होंने तो दुख नहीं होवेगा कोई। जो जो मरूग स्वर्ग सिधाऊग। जेड़े जेड़े शहीद हो जाएंगे वो स्वर्गां नूं जाणगे, वो स्वर्ग दे वासी हो जाएंगे। यही बात लई पंथ ठट ठट। यही गल खालसे पंथ ने निश्चय कर लई है। सुख सौ गल जाए न हट।
ਇੰਜ ਸੁਖੀ ਸੰਦੀ ਇਹ ਗੱਲ ਨਹੀਂ ਟਲਨੀ। ਸਿੰਘ ਭੁਜੰਗਨ ਏਮ ਉਦਮ ਕੀਓ। ਭੁਜੰਗਾਂ ਨੇ ਜੋ ਫਰਲਿਆਂ ਵਾਲੇ ਜੰਗੀ ਸਿੰਘ ਸਨ ਉਹਨਾਂ ਨੇ ਇਹ ਉਦਮ ਕਰ ਲਿਆ ਹੈ। ਜੈ ਜੈਕਾਰ ਪੰਥ ਉਚਰਿਓ। ਖਾਲਸੇ ਪੰਥ ਨੇ ਖੁਸ਼ੀਆਂ ਦੇ ਜੈ ਜੈਕਾਰ ਦੇ ਜੈਕਾਰੇ ਗਾਏ ਹਨ। ਕੀਓ ਕੂਚ ਸਨਮੁਖੈ ਲਾਹੌਰ। ਅਹਿਮਦ ਸ਼ਾਹ ਨੇ ਜਦੋਂ ਲਾਹੌਰ ਨੂੰ ਸਾਹਮਣੇ ਰੱਖ ਕੇ ਕੂਚ ਕੀਤਾ ਸਿੱਧਾ ਲਾਹੌਰ ਵੱਲ ਨੂੰ ਆਪਦਾ ਮੁਖ ਕੀਤਾ। ਆਏ ਬਹੇ ਸਿੰਘ ਤਲਬਨ ਫਿਲੌਰ। ਤਲਣ ਅਤੇ ਫਿਲੌਰ ਵਿੱਚ ਦੋ ਰਸਤੇ ਲਾਹੌਰ ਨੂੰ ਜਾਣ ਵਾਲੇ ਸਨ। ਸਿੰਘਾਂ ਨੇ ਫਿਲੌਰ ਅਤੇ ਤਲਣ ਦੇ ਦੋਵੇਂ ਘਾਟ ਰੋਕ ਲਏ ਨੇ। ਖਾਲਸੇ ਨੇ ਦੋਵੇਂ ਰਾਹਾਂ ਤੇ ਆਪਣੀਆਂ ਫੌਜਾਂ ਖੜੀਆਂ ਕਰ ਦਿੱਤੀਆਂ ਹਨ। ਯਹੀ ਸ਼ਾਹੇ ਪੈ ਖਬਰੋ ਗਈ। ਇਹੀ ਖਬਰ ਅਹਿਮਦ ਸ਼ਾਹ ਅਬਦਾਲੀ ਨੂੰ ਪਹੁੰਚ ਗਈ ਹੈ ਕਿ ਮੇਰਾ ਤਾਂ ਦੰਗਈਆਂ ਨੇ ਅੱਗਾ ਰੋਕ ਲਿਆ। ਹੁਣ ਮੈਂ ਕਿਹੜੇ ਰਾਹ ਆਪਦੀ ਫੌਜ ਨੂੰ ਲੰਘਾਵਾਂ। ਸੁਣਤ ਗਿਲ ਜੇ ਬੜ ਚਿੰਤਾ ਭਈ। ਇਹ ਖਬਰ ਸੁਣ ਕੇ ਅਬਦਾਲੀ ਨੂੰ ਬੜਾ ਭਾਰੀ ਫਿਕਰ ਹੋ ਗਿਆ ਹੈ। ਗਇਓ ਨਾ ਸਨਮੁਖ ਰੂਪੜ ਲੰਘ ਗਇਓ। ਅਬਦਾਲੀ ਖਾਲਸੇ ਦੇ ਸਾਹਮਣੇ ਨਹੀਂ ਗਿਆ। ਝੱਟ ਦਾ ਬਦਲ ਕੇ ਰੋਪੜ ਵਾਲਾ ਘਾਟ ਲੰਘ ਗਿਆ। ਦਰਿਆ ਤੋਂ ਨਾਲ ਨਾਲ ਪਹਾੜੀ ਦਾ ਆਸਰਾ ਲਿਆ ਹੈ। ਪਰਬਤ ਤੱਕ ਉਨ ਆਸਰੋ ਲਿਓ। ਪਹਾੜ ਵੇਖ ਕੇ ਉਹਨੇ ਆਸਰਾ ਲਿਆ। ਪਹਾੜਾਂ ਦੇ ਨਾਲ ਨਾਲ ਮੈਂ ਸਰਕਦਾ ਤੁਰਿਆ ਜਾਵਾਂਗਾ। ਤਉ ਖਾਲਸੇ ਉਸ ਲਿਓ ਜਾਨ। ਤਾਂ ਖਾਲਸੇ ਨੇ ਉਸ ਦਾ ਜ਼ੋਰ ਵੇਖ ਲਿਆ ਹੈ। ਆਏ ਲੜੇ ਸਿੰਘ ਉਸੀ ਮੈਦਾਨ। ਸਿੰਘਾਂ ਨੇ ਕਿਹਾ ਹੁਣ ਨਹੀਂ ਇਹਦੇ ਵਿੱਚ ਲੜਨ ਦੀ ਤਾਕਤ। ਝੱਟ ਦੋਵੇਂ ਰਾਹ ਛੱਡ ਕੇ ਰੋਪੜ ਦਾ ਰਾਹ ਰੋਕ ਕੇ ਉਸੇ ਮੈਦਾਨ ਵਿੱਚ ਆ ਜੰਗ ਸ਼ੁਰੂ ਕੀਤਾ ਖਾਲਸੇ ਨੇ। ਦੋਹਰਾ ਜੋ ਉਸ ਗਿਲ ਜੈ ਮੋੜ ਖੜੇ ਕਰੈ ਕਰੋਲੀ ਨਿਤ। ਜੋ ਉਸਦੇ ਗਿਲ ਜੇ ਨਿਤ ਹੀ ਜੰਗ ਕਰਦੇ ਸਨ ਉਹ ਖਾਲਸੇ ਦੇ ਹੱਥ ਵੇਖ ਕੇ ਮੁੜ ਕੇ ਖੜ ਗਏ। ਦੂਰ ਸੋ ਖਾਲਸਾ ਭਉ ਪਇਓ ਕਹਿ ਗਿਲ ਜੋ ਲਿਓ ਜਿੱਤ। ਖਾਲਸੇ ਦਾ ਡਰ ਦੂਰ ਹੋ ਗਿਆ। ਉਹਨਾਂ ਤੇ ਦਾਵਾ ਪੈ ਗਿਆ ਹੈ ਖਾਲਸੇ ਦਾ। ਸਿੰਘ ਕਹਿੰਦੇ ਨੇ ਕਿ ਹੁਣ ਤਾਂ ਅਬਦਾਲੀ ਨੂੰ ਜਿੱਤ ਹੀ ਲਿਆ ਸਮਝੋ। ਚੌਪਈ ਰਾਤ ਦਿਵਸ ਸਿੰਘ ਰਹਿ ਚੁਪੇਰੇ। ਖਾਲਸਾ ਪੰਥ ਅਹਿਮਦ ਸ਼ਾਹ ਅਬਦਾਲੀ ਦੇ ਚਾਰ ਸਵੇਰੇ ਹੋ ਗਿਆ। ਚਾਰੇ ਪਾਸਿਓਂ ਘੇਰਾ ਪਾ ਕੇ ਅਬਦਾਲੀ ਨੂੰ ਵਿਚਕਾਰ ਲੈ ਲਿਆ ਹੈ। ਜਿਵੇਂ ਸ਼ੇਰਨ ਨੇ ਸ਼ੇਲੇ ਘੇਰੈ। ਜਿਵੇਂ ਸ਼ੇਰਾਂ ਨੇ ਲੀਲਿਆਂ ਨੂੰ ਘੇਰਿਆ ਹੋਵੇ ਖਾਲਸੇ ਨੇ ਉਹ ਘੇਰ ਲਿਆ ਗਿਲ ਜਿਆਂ ਨੂੰ। ਰਾਤ ਤੁਰੈ ਦਿਨ ਡੇਰਾ ਲਾਵੈ। ਗਿਲ ਜੇ ਦਿਨੇ ਤਾਂ ਟਿਕੇ ਰਹਿੰਦੇ ਰਾਤ ਸਰਕਦੇ ਥੋੜਾ ਥੋੜਾ ਕਿ ਉਹ ਰਾਤ ਨੂੰ ਨਿਕਲ ਚੱਲੀਏ ਚੁੱਪਚਾਪ। ਤਿਵੈ ਖਾਲਸੇ ਉਸ ਰਾਤ ਅਕਾਵੈ। ਉਵੇਂ ਹੀ ਉਸ ਨੂੰ ਰਾਤ ਨੂੰ ਸਤਾਉਂਦਾ ਖਾਲਸਾ। ਤਉ ਉਨ ਰਾਤ ਤੁਰਨ ਛੱਡ ਦਇਓ। ਤਾਂ ਉਹਨਾਂ ਨੇ ਰਾਤ ਨੂੰ ਤੁਰਨ ਛੱਡ ਦਿਓ। ਤੁਰਨਾ ਛੱਡ ਦਿੱਤਾ ਹੈ। ਬਗਲਵਾੜ ਵਿੱਚ ਡੇਰਾ ਠਾਇਓ। ਜਿਵੇਂ ਫੌਜ ਆਪਣੇ ਚਾਰ ਸਵੇਰੇ ਤਾਰ ਲੈ ਲੈਂਦੀ ਹੈ ਇਸ ਤਰ੍ਹਾਂ ਤਾਰ ਦੇ ਨਾਲ ਸੋ ਡੇਰੇ ਬੰਨ ਲਏ ਨੇ ਕਿ ਜਿਹੜੀ ਤਾਰ ਸੀਗੀ ਉਹ ਤਾਰ ਦੇ ਨਾਲ ਉਹਨਾਂ ਨੇ ਚਾਰ ਸਵੇਰੇ ਡੇਰੇ ਦੀ ਵੜਕਣ ਵੜ ਕੇ ਡੱਬੇ ਬੰਨ ਲਏ ਕਿ ਜੇ ਤਾਰ ਹਿੱਲੇ ਤਾਂ ਡੱਬਿਆਂ ਦੇ ਖੜਕੇ ਨਾਲ ਫੌਜ ਨੂੰ ਪਤਾ ਲੱਗ ਜਾਂਦਾ ਕਿ ਕੋਈ ਦੁਸ਼ਮਣ ਆ ਗਿਆ। ਚਾਰੇ ਪਾਸੇ ਵਾੜ ਦੀ ਵਲਗਣ ਕਰਕੇ ਵਿੱਚ ਡੇਰਾ ਲਾਉਂਦੇ। ਦਿਨੇ ਤੁਰੈ ਕਿਛ ਥੋੜੀ ਬਾਟ। ਦਿਨੇ ਤੁਰਦੇ ਤਾਂ ਹਨ
बिल्कुल ही थोड़ी जी बाट तुरदे ने। पिछली पट मेख अगे गडात। फौज जिन्ना को तुरदी पिछले पासियों मेखा खुद किले पुट के उन्ना को अगले पासे जा किले गढ़दे ने। दो उर खड़ तुमन रहाए। हीर दे दो ही पासी त्यार पर त्यार फौज दे जथे त्यार खड़े रहिंदे। ताओ बहीर कुछ तुरै अगाहे। अहमद शाह जब हीर ता कुछ अगां नूं तुरदा। कही ना निकसन उस्थी पावै। ओदी रस्त बस्त लियाउण वाली फौज नूं सिंह बाहर नहीं निकल दिंदे, लुट लैंदे ने, उस नूं मार दिंदे ने, उन्होंने सौदा भी नहीं खरीदन दिंदे बाहरों कितों। जो पावै तो दूर नहीं जावै। जो कहीं निकल भी पैंदी है तो बहुत ही दूर नहीं जाती किसी करके ते नेड़े डेरा ला के उतों भला कोई रस्त बस्त खरीद लैन। रात सब खूनी खालसो करे। सो रात नूं जेड़ा खालसे दी बारी उठा जांदा सब दा खून कर दिंदे हन। बाल महताबी गिलो लरै। ਸਿੰਘਾਂ ਨੂੰ ਤਾਂ ਰਾਤ ਪਈ ਤੋਂ ਦਿਨ ਚੜ੍ਹਦਾ ਦਿਸਦਾ ਹੈ ਸਭ ਕੁਝ, ਪਰ ਗਿਲਜੀਆਂ ਨੂੰ ਦਿਸਦਾ ਕੁਝ ਨਹੀਂ ਹੈ। ਰਾਤ ਨੂੰ ਮਤਾਬੀਆਂ ਜਗਾ ਕੇ ਚਾਨਣ ਕਰਕੇ ਲੜਦੇ ਨੇ। ਗਿਰਿਓ ਪਰਿਓ ਜੋ ਗਿਲ ਜੋ ਪਾਵੈ। ਸਿੰਘ ਫਿਰ ਵੀ ਜਾਗੂ ਜਦੋਂ ਚਾਨਣ ਕਰਦੇ ਤਾਂ ਸਿੰਘ ਦੂਰੋਂ ਹੀ ਉਹਨਾਂ ਦੇ ਰਾਮ ਜੰਗੀਆਂ ਦੇ ਨਿਸ਼ਾਨੇ ਫੁੰਡਦੇ। ਪਰ ਜੇ ਕੋਈ ਜ਼ਖਮੀ ਹੋਇਆ ਗਿਲਜਾ ਡਿੱਗਿਆ ਪਿਆ ਹੋਵੇ ਤਾਂ ਸਿੰਘ ਉਸ ਤੇ ਵਾਰ ਨਹੀਂ ਕਰਦੇ, ਛੱਡ ਦਿੰਦੇ, ਕਹਿੰਦੇ ਛੱਡੋ ਪਰ ਮਰੇ ਦਾ ਕੀ ਮਾਰਨਾ ਹੈ। ਪਰ ਕਸਬਿਆਂ ਦੇ ਕੋਲ ਨਾਕੇ ਲਾ ਕੇ ਡੇਰਾ ਲਾ ਕੇ ਉਹਨਾਂ ਨੂੰ ਰਸਤ ਬਸਤ ਨਹੀਂ ਲੈਣ ਦਿੰਦੇ। ਨਹਿ ਖਾਲਸੋ ਉਸ ਮਾਰ ਗਵਾਵੈ। ਖਾਲਸਾ ਜ਼ਖਮੀ ਹੋ ਕੇ ਡਿੱਗੇ ਪਏ ਨੂੰ ਮਾਰ ਕੇ ਗਵਾਉਂਦਾ ਨਹੀਂ। ਖਾਲਸੇ ਦੇ ਮਨ ਦੇ ਵਿੱਚ ਇਹ ਨਹੀਂ ਰੱਖਿਆ ਕਿ ਇਹਨੂੰ ਮਾਰ ਕੇ ਬਦਲਾ ਲਈਏ, ਸਾਡੇ ਦੁਸ਼ਮਣ ਨੇ, ਐਸੀ ਭਾਵਨਾ ਖਾਲਸਾ ਨਹੀਂ ਰੱਖਦਾ। ਦੋਹਰਾ ਹਿਰਾਲ ਕਰੈ ਉਸ ਖਾਲਸੋ ਮਾਰ ਰਮਗਨ ਸਾਥ। ਬੰਦੂਕਾਂ ਦੇ ਰਾਬੇ ਦੇ ਦੇ ਕੇ ਉਹਨਾਂ ਨੂੰ ਮਾਰ ਕੇ ਇਹ ਹੈਰਾਨ ਕਰ ਰਿਹਾ ਹੈ ਖਾਲਸਾ। ਰਾਮ ਜੰਗਣ ਬੰਦੂਕਾਂ ਦਾ ਨਾਮ ਹੈ। ਅਹਿਮਦ ਸ਼ਾਏ ਔਖਾ ਕੀਓ ਲਾਏ ਖਾਲਸੋ ਖਾਲਸੇ ਬੜ ਹਾਥ। ਖਾਲਸੇ ਨੇ ਆਪਣੇ ਖਰੜੇ ਹੱਥ ਲਾ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਬੜਾ ਔਖਾ ਕਰ ਦਿੱਤਾ। ਬੜੀ ਮੁਸ਼ਕਲ ਨੂੰ ਫੜਿਆ ਗਿਆ। ਚੌਪਈ ਕੋ ਮਿਸਲ ਉੱਠ ਪਰੈ ਸਵੇਰੋ। ਸਿੰਘਾਂ ਦੀਆਂ ਮਿਸਲਾਂ ਵਿੱਚੋਂ ਕੋਈ ਮਿਸਲ ਦਾ ਸਵੇਰੇ ਜਿਹੜਾ ਚੜ੍ਹਨ ਤੋਂ ਪਹਿਲਾਂ ਹੀ ਆ ਪੈਂਦੀ ਗਲਜੀਆਂ ਨੂੰ ਉਜੂ ਬੁਜੂ ਕਰਦੇ ਆ ਉਹ ਮਿਸਲ ਕਰੈ ਦੁਪਹਿਰੋਂ ਫੇਰੋ। ਅਜੇ ਉਹ ਮੁਰਦੇ ਸਾਹਮਣੇ ਨਹੀਂ ਜਾਂਦੇ ਤੇ ਦੁਪਹਿਰ ਨੂੰ ਕੋਈ ਜਥਾ ਫਿਰ ਆ ਹੱਲਾ ਕਰਦਾ ਹੈ। ਇੱਕ ਲੜ ਮੁੜੈ ਤਾਂ ਦੂਜੀ ਦੌੜੈ। ਖਾਲਸੇ ਦੀ ਇੱਕ ਮਿਸਲ ਅਜੇ ਲੜ ਕੇ ਮੁੜਦੀ ਹੈ ਤੇ ਜਦ ਨੂੰ ਦੂਜੀ ਮਿਸਲ ਦੌੜ ਕੇ ਹੱਲਾ ਕਰ ਦਿੰਦੀ ਹੈ ਗਿਲਜੀਆਂ ਤੇ। ਇਉਂ ਇਹਨਾਂ ਮੁਸਲਮਾਨਾਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ ਸਿੰਘਾਂ ਨੇ। ਦੂਜੀ ਮੁੜੈ ਤਾਂ ਤੀਜੀ ਦੌੜੈ। ਦੂਜੀ ਮਿਸਲ ਮੁੜਦੀ ਹੈ ਜੰਗ ਕਰਕੇ ਤਾਂ ਖਾਲਸੇ ਦੀ ਤੀਜੀ ਮਿਸਲ ਹੱਲਾ ਕਰ ਦਿੰਦੀ ਹੈ ਆ ਕਰਕੇ। ਸਿੰਘ ਅਕਾਲੀ ਛੱਡੈ ਨਾ ਖਿਆਲ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਕਾਲੀ ਸਿੰਘ ਨਿਹੰਗ ਸਿੰਘ ਗਿਲਜੀਆਂ ਦਾ ਪਿੱਛਾ ਨਹੀਂ ਛੱਡਦੇ। ਅਬਦਾਲੀ ਦੇ ਤਾਂ ਭਾਰ ਹੀ ਬਣਾ ਦਿੱਤੀ ਹੈ। ਕੋਈ ਜੇ ਮਰੈ ਕਹਿ ਭਇਓ ਨਿਹਾਲ। ਜੇ ਕੋਈ ਸਿੰਘ ਸ਼ਹੀਦ ਹੋ ਜਾਂਦਾ ਤਾਂ ਕਹਿੰਦੇ ਹਨ ਨਿਹਾਲ ਹੋ ਗਿਆ, ਚੜ੍ਹਦੀ ਕਲਾ ਦੇ ਵਿੱਚ ਪੈ ਗਿਆ ਹੈ। ਜਬ ਪਰੈ ਜੋਰ ਤਉ ਨੱਠ ਦੀ ਜਾਹੇ। ਜੇ ਗਿਲਜੀ ਹੁਣ ਦੇ ਕੇ ਪੈਂਦੇ ਨੇ ਹੱਲਾ ਕਰਕੇ, ਜਦੋਂ ਗਿਲਜੀਆਂ ਦਾ ਜ਼ੋਰ ਪੈਂਦਾ ਦਿਖਦਾ ਤਾਂ ਸਿੰਘ ਹਰਨ ਹੋ ਜਾਂਦੇ ਨੇ। ਜਦੋਂ ਹੋੜ ਦੇ ਕੇ ਪੈਂਦੇ ਨੇ ਹੱਲਾ ਕਰਕੇ। ਜਬ ਵੈ ਫਿਰੈ ਤਉ ਮਗਰ ਦਿਖਾਹੇ।
ਜਦੋਂ ਉਹ ਹੱਲਾ ਕਰਕੇ ਸਿੰਘਾਂ ਨੂੰ ਭਜਾ ਕੇ ਆ ਕੇ ਫਿਰ ਪਿਛਾਂਹ ਨੂੰ ਦੇਖਦੇ ਨੇ ਤਾਂ ਫਿਰ ਸਿੰਘ ਮਗਰ ਆਉਂਦੇ ਦਿਖਦੇ। ਫਿਰ ਮੁਗਲਾਂ ਦੇ ਚੜੇ ਆਉਂਦੇ ਨੇ ਉਸੇ ਤਰ੍ਹਾਂ ਹੀ। ਬਹੁਤ ਜਤਨ ਉਤ ਗਿਲ ਜੋ ਕਰੈ, ਖਾਲਸੇ ਤੋਂ ਆਪਣਾ ਖਹਿੜਾ ਛਡਾਉਣ ਵਾਸਤੇ ਗਿਲ ਜੇ ਬੜੇ ਯਤਨ ਕਰਦੇ ਨੇ। ਕਰ ਤੁਮ ਮਨ ਸੁਆਗੈ ਖੜੈ, ਉਹ 12-12 ਹਜ਼ਾਰ ਫੌਜ ਦੇ ਦਸਤੇ ਅੱਗੇ ਖੜੇ ਕਰਦੇ। ਸੰਜੋਏ ਨਰਨ ਯਉ ਪਾਖਰ ਤੁਰੰਗਨ, ਮਰਦਾਂ ਨੇ ਆਪਣੇ ਸਰੀਰ ਤੇ ਲੋਹ ਕੋਟ ਪਾਇਆ ਹੋਇਆ ਅਤੇ ਘੋੜਿਆਂ ਦੇ ਵੀ ਲੋਹੇ ਦੀਆਂ ਸੰਜੋਆਂ ਪਾਈਆਂ ਹੋਈਆਂ ਨੇ। ਫੜ ਸ਼ਮਸ਼ੇਰ ਕਰੈ ਟੁਕ ਜੰਗਨ, ਜੇ ਉਹਨਾਂ ਤਲਵਾਰਾਂ ਨਾਲ ਕੋਈ ਵੀ ਲੜਾਈ ਕਰੇ ਤਾਂ ਬੜੇ ਬਲੀ ਨੇ, ਉਹ ਜੰਗਾਂ ਵਿੱਚ ਟੁਕੜੇ ਟੁਕੜੇ ਕਰ ਦਿੰਦੇ ਦੁਸ਼ਮਣ ਦੇ। ਮਾਰ ਰਾਵ ਜੰਗੈ ਜਿਨ ਸਿੰਘ ਦੇ ਗੇਰ, ਜਿਨ੍ਹਾਂ ਜਲਜੀਆਂ ਨੂੰ ਬੰਦੂਕਾਂ ਦੇ ਫਾਇਰ ਕਰ ਕਰ ਮਾਰ ਕੇ ਸੁੱਟ ਦਿੰਦੇ ਸਿੰਘ। ਸੋ ਨੈ ਮੰਗੈ ਪਾਣੀ ਫੇਰ, ਜਿਸ ਦੇ ਬੰਦੂਕ ਦਾ ਫਾਇਰ ਵੱਜ ਗਿਆ ਉਹ ਫਿਰ ਪਾਣੀ ਵੀ ਨਹੀਂ ਮੰਗਦਾ ਹੈ, ਗਿਲ ਜਾ। ਏਹੀ ਭਾਂਤ ਸੋ ਸ਼ਾਹ ਅਕਾਇਓ, ਇਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਨੂੰ ਬੜਾ ਅਕਾਇਆ ਖਾਲਸੇ ਨੇ, ਉਹਦੇ ਭਾਅ ਦੀ ਬਣਾ ਛੱਡੀ। ਕਾਬਲ ਪਹੁੰਚਨ ਉਸ ਮੁਸ਼ਕਲ ਭਾਇਓ, ਉਹਨੂੰ ਕਾਬਲ ਪਹੁੰਚਣਾ ਬੜਾ ਮੁਸ਼ਕਲ ਹੋ ਗਿਆ। ਫਿਕਰ ਹੋ ਗਿਆ ਜਿਹੜੇ ਰੋਪੜੀ ਰੋਕੀ ਖੜੇ ਨੇ ਅਗਾਂਹ ਤੁਰਨੀ ਨਹੀਂ ਦਿੰਦੇ। ਕਾਬਲ ਤਾਂ ਅਜੇ ਬੜੀ ਦੂਰ ਹੈ, ਅਜੇ ਕਈ ਦਰਿਆ ਟੱਪਣੇ ਨੇ, ਸਤਲੁਜ ਟੱਪਣਾ, ਬਿਆਸ ਟੱਪਣਾ, ਰਾਵੀ ਟੱਪਣਾ, ਝਨਾਰ ਟੱਪਣਾ, ਜੇਹਲਮ ਦਰਿਆ ਟੱਪ ਕੇ ਫਿਰ ਕਿਤੇ ਜਾ ਕੇ ਅਟਕ ਦਰਿਆ ਤੇ ਪਹੁੰਚਣਾ ਹੈ। ਦੋਹਰਾ ਹੁਤੋ ਜੋ ਉਸਕੇ ਘਰ ਵਿਖੈ ਜਹਾਨ ਖਾਨ ਫੌਜਦਾਰ, ਜੋ ਜਹਾਨ ਖਾਨ ਫੌਜਦਾਰ ਹੈ ਜਿਸ ਨੂੰ ਅਬਦਾਲੀ ਆਪਣੇ ਘਰ ਦੀ ਮੁਖਤਿਆਰੀ ਦੇ ਕੇ ਆਇਆ ਸੀ, ਭਾਵ ਆਪਣਾ ਮੁਲਕ ਸੰਭਾਲ ਕੇ ਆਇਆ ਸੀ ਕਿ ਤੂੰ ਮੁਲਕ ਦੀ ਸੰਭਾਲ ਕਰਨੀ ਹੈ, ਮੈਂ ਸਿੰਘਾਂ ਦੇ ਖਾਤਮੇ ਵਾਸਤੇ ਜਾ ਰਿਹਾ ਹਾਂ। ਆਪਣੀ ਜਾਗਾ ਤੋਂ ਛੱਡਿਓ ਤਉ ਤਿੰਨ ਘੱਲਿਓ ਗੁਲਾਰ, ਉਸ ਨੂੰ ਅਬਦਾਲੀ ਨੇ ਆਪਣੀ ਜਗ੍ਹਾ ਤੇ ਛੱਡਿਆ ਸੀ ਤਦ ਉਸ ਜਹਾਨ ਗੁਣ ਖਾਨ ਨੂੰ ਬੁਲਾਵਾ ਭੇਜਿਆ ਹੈ। ਚੌਪਈ ਹਕੀਕਤ ਸਭ ਲਿਖ ਉਸੈ ਕਲਾਈ, ਉਸ ਨੂੰ ਆਪਣੀ ਫਸੀ ਫਸਾਈ ਦੀ ਸਾਰੀ ਹਕੀਕਤ ਲਿਖ ਕੇ ਭੇਜੀ ਹੈ ਕਿ ਮੈਨੂੰ ਤਾਂ ਸਿੰਘਾਂ ਨੇ ਇੱਥੇ ਕਾਬੂ ਕਰ ਲਿਆ ਹੈ। ਜੋ ਮੋਹਿ ਚਾਹੋ ਤਉ ਪਹੁੰਚੋ ਆਈ, ਉਹਨੂੰ ਇਹਨੇ ਕਿਹਾ ਕਿ ਜੇ ਤੂੰ ਮੈਨੂੰ ਚਾਹੁੰਦਾ ਕਿ ਮੇਰਾ ਬਾਦਸ਼ਾਹ ਸਹੀ ਸਲਾਮਤ ਹਿੰਦੁਸਤਾਨ ਤੋਂ ਵਾਪਸ ਆ ਜਾਵੇ, ਜੋ ਜਿਸ ਸਮਝਤ ਹਮ ਕਿਛ ਨਾਹੀ, ਜੋ ਖਾਲਸਾ ਪੰਥ ਹੈ ਜਿਸ ਨੂੰ ਅਸੀਂ ਕੁਝ ਵੀ ਨਹੀਂ ਸਮਝਦੇ, ਸਾਡੇ ਸਾਹਮਣੇ ਭਲਾ ਉਹ ਕੀ ਚੀਜ਼ ਹਨ। ਉਸੀ ਖਾਲਸਾ ਲਿਓ ਬਕਾਏ, ਥਕਾਏ ਉਸੇ ਖਾਲਸੇ ਨੇ ਮੈਨੂੰ ਥਕਾ ਲਿਆ। ਜਦੋਂ ਥੱਕ ਜਾਂਦਾ ਤਦ ਉਹਦੇ ਮਨ ਦੀ ਹਾਲਤ ਦਾ ਪਤਾ ਲੱਗਦਾ। ਕਿਆ ਜਾਨੋ ਗੁਰ ਜਗਾ ਗਿਰਾਈ, ਇਹ ਨਹੀਂ ਮੈਨੂੰ ਪਤਾ ਕੀ ਹੋਇਆ, ਮੈਥੋਂ ਕੀ ਅਵਗਿਆ ਹੋਈ। ਜੋ ਗੁਰੂਆਂ ਦੀ ਜਗ੍ਹਾ ਢਾਹ ਗਿਆ ਸੀ ਮੈਂ ਉਹਦਾ ਮੈਨੂੰ ਸਰਾਪ ਪਿਆ। ਗੁਰੂ ਦੀ ਜੋ ਜਗ੍ਹਾ ਹਰਿਮੰਦਰ ਸਾਹਿਬ ਜੋ ਮੈਂ ਗਿਰਾਇਆ, ਜਾ ਤੇ ਮੈਂ ਪੈ ਸ਼ਕਤੀ ਆਈ, ਸੋ ਜਿਸ ਕਰਕੇ ਮੇਰੇ ਤੇ ਸ਼ਕਤੀ ਆਈ, ਮੇਰੇ ਤੇ ਮੁਸੀਬਤ ਟੁੱਟੀ ਆ ਕੇ ਮੈਂ ਥੱਕ ਗਿਆ, ਮੈਂ ਹੰਬ ਗਿਆ ਹਾਂ। ਕਿਆ ਜਾਨੋ ਸੱਚੀ ਸਦੀ 12 ਟੁੱਕੀ, ਮੁਸਲਮਾਨ ਦੱਸਦੇ ਨੇ ਕਿ 12ਵੀਂ ਸਦੀ ਵਿੱਚ ਕਿਆਮਤ ਆਵੇਗੀ, 12ਵੀਂ ਸਦੀ ਵਿੱਚ ਸਾਰੇ ਮੁਸਲਮਾਨ ਖਤਮ ਹੋ ਜਾਣਗੇ। ਇਹ ਨਹੀਂ ਪਤਾ ਕਿ 12ਵੀਂ ਸਦੀ ਨੇੜੇ ਆ ਗਈ ਹੈ ਜਾਂ ਗੁਰੂ ਦੀ ਜਗ੍ਹਾ ਕਹਾਉਣ ਕਰਕੇ ਮੈਥੋਂ ਅਪਰਾਧ ਹੋਇਆ, ਪਾਪ ਹੋਇਆ, ਜਿਸ ਕਰਕੇ ਮੇਰਾ ਕੋਈ ਆਸਰਾ ਨਹੀਂ ਰਿਹਾ। ਤੁਰਕਨ ਜੜ ਅਬ ਉਖੜਨ ਟੁੱਕੀ, ਮੈਨੂੰ ਤਾਂ ਇਉਂ ਲੱਗਦਾ ਹੈ ਕਿ ਤੁਰਕਾਂ ਦੀ ਜੜ ਉਖੜਨ ਵਾਲੀ ਹੈ, ਉਹ ਸਮਾਂ ਨੇੜੇ ਆ ਗਿਆ ਹੈ।
ਜਦੋਂ ਸਾਡਾ ਤੁਰਕਾਂ ਦਾ ਨਾਸ਼ ਹੋਣਾ ਹੈ। ਸੁਣਤ ਖਬਰ ਉਨ ਜਹਾਨਾ ਤਾਇਓ। ਇਹ ਖਬਰ ਸੁਣਦਿਆਂ ਸਾਰ ਹੀ ਕਾਬਲ ਵਿੱਚੋਂ ਉੱਠ ਕੇ ਜਹਾਨਾ ਤਾਇਓ ਜਹਾੜ ਖਾਨ ਪੰਜਾਬ ਵੱਲ ਨੂੰ ਭੱਜਿਆ। ਅਟਕ ਲੰਘ ਮੱਧ ਪੰਜਾਬੈ ਆਇਓ। ਲੰਬੀਆਂ ਮੰਜ਼ਿਲਾਂ ਤੈਅ ਕਰਦਾ ਹੋਇਆ ਜਹਾਨ ਖਾਨ ਅੜਕ ਦਰਿਆ ਲੰਘ ਕੇ ਪੰਜਾਬ ਦੇ ਵਿੱਚ ਆਣ ਪਹੁੰਚਿਆ ਹੈ। ਅਹਿਮਦ ਸ਼ਾਹ ਤਬ ਡੇਰੋ ਤੁਰਾਇਓ। ਜਹਾਨ ਖਾਨ ਦੀ ਆਈ ਤੋਂ ਬਾਅਦ ਤਦ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਡੇਰੇ ਦਾ ਕੂਚ ਕੀਤਾ। ਵੱਲ ਲਾਹੌਰ ਡੇਰਾ ਸਿੰਘਨ ਪਾਇਓ। ਉਧਰ ਲਾਹੌਰ ਵੱਲ ਸਿੰਘਾਂ ਨੇ ਆਪਣਾ ਡੇਰਾ ਪਾਇਆ। ਲਾਹੌਰ ਵੜਿਓ ਤਬ ਚਾਹਤ ਸ਼ਾਹੇ। ਅਹਿਮਦ ਸ਼ਾਹ ਤਦੋਂ ਲਾਹੌਰ ਵਿੱਚ ਵੜਨਾ ਚਾਹੁੰਦਾ ਹੈ। ਨਹੀਂ ਸਿੰਘ ਉਸ ਦੇਵੈ ਰਾਹੇ। ਸਿੰਘ ਅੱਗੋਂ ਰਾਹ ਨਹੀਂ ਹੁੰਦੇ ਅਹਿਮਦ ਸ਼ਾਹ ਨੂੰ। ਸਿੰਘਾਂ ਨੇ ਲਾਹੌਰ ਦਾ ਰਾਹ ਰੋਕਿਆ ਹੋਇਆ ਟਾਕਰੇ ਲਈ। ਰਾਤ ਅਕਾਵੈ ਦਿਨ ਅਕਾਹੇ। ਸਿੰਘ ਰਾਤ ਨੂੰ ਵੀ ਨਹੀਂ ਸੌਣ ਦਿੰਦੇ ਅਬਦਾਲੀ ਨੂੰ। ਦਿਨੇ ਤਾਂ ਭਲਾ ਕੀ ਸੌਣ ਦੇਣਾ ਸਿੰਘਾਂ ਨੇ। ਦਿਨੇ ਵੀ ਅਕਾਉਂਦੇ ਨੇ ਅਤੇ ਰਾਤ ਨੂੰ ਵੀ ਅਕਾਉਂਦੇ ਨੇ ਅਬਦਾਲੀ ਨੂੰ। ਉਹਦਾ ਜੀਵਣਾ ਹਰਾਮ ਕੀਤਾ ਹੋਇਆ। ਥੋੜੈ ਬਹੁਤੇ ਡਰੈ ਸੁਨਾਹੇ। ਸਿੰਘ ਐਸੇ ਦਲੇਰ ਹੋ ਗਏ ਨੇ ਕਿ ਹੁਣ ਥੋੜੇ ਨਾ ਬਹੁਤੇ ਡਰਦੇ ਹੀ ਨਹੀਂ। ਇਹ ਤਾਂ ਇੱਕਦਮ ਹੀ ਗਲ ਪੈ ਜਾਂਦੇ ਨੇ ਅਬਦਾਲੀ ਦੇ। ਸਿੰਘਾਂ ਦਾ ਜਥਾ ਭਾਵੇਂ ਛੋਟਾ ਹੋਵੇ ਤੇ ਭਾਵੇਂ ਵੱਡਾ ਹੋਵੇ ਉਹ ਨਹੀਂ ਡਰਦੇ। ਦੋਹਰਾ ਆਏ ਜਹਾਨੋ ਸ਼ਾਹ ਰਲਿਓ ਬਿਆਸੈ ਰਾਵੀ ਮਾਹੇ। ਆਸ ਅਤੇ ਰਾਵੀ ਦੇ ਵਿਚਕਾਰ ਭਾਵ ਦੁਆਬੇ ਵਿੱਚ ਹੀ ਅਬਦਾਲੀ ਨੂੰ ਘੇਰੀ ਬੈਠੇ ਨੇ ਸਿੰਘ। ਰਾਵੀ ਤੇ ਬਿਆਸ ਦੇ ਵਿਚਕਾਰ ਦੁਆਬੇ ਵਿੱਚ ਜਹਾਨ ਖਾਨ ਅਹਿਮਦ ਸ਼ਾਹ ਅਬਦਾਲੀ ਨਾਲ ਆ ਕੇ ਮਿਲਿਆ ਹੈ। ਮਿਲੇ ਪਿਆਸੇ ਨੀਰ ਸਮ ਜੇਠ ਹਾੜ ਰੁੱਤ ਮਾਹੇ। ਜੇਠ ਅਤੇ ਹਾੜ ਦੀ ਰੁੱਤ ਵਿੱਚ ਜਿਵੇਂ ਪਿਆਸੇ ਬੰਦੇ ਨੂੰ ਪਾਣੀ ਮਿਲੇ ਇਸ ਤਰ੍ਹਾਂ ਅਬਦਾਲੀ ਨੂੰ ਜਹਾਨ ਖਾਨ ਮਿਲਿਆ। ਸਮਝ ਲਓ ਕਿ ਉਹਨੂੰ ਪਾਣੀ ਮਿਲ ਗਿਆ। ਇਹ ਸਿੰਘ ਖਾਲਸੇ ਬੜੇ ਦਲੇਰ ਨੇ। ਸਿੰਘਾਂ ਦੀ ਬਦੌਲਤ ਹੀ ਇਹ ਹਿੰਦੁਸਤਾਨ ਦੀ ਧਰਤੀ ਆਜ਼ਾਦ ਹੋਈ ਹੈ। ਭਾਵੇਂ ਕੋਈ ਇਹਨਾਂ ਨੂੰ ਅੱਤਵਾਦੀ ਆਖੇ ਤੇ ਭਾਵੇਂ ਵੱਖਵਾਦੀ ਆਖੇ। ਜਿਸ ਤਰ੍ਹਾਂ ਮਰਜ਼ੀ ਕੋਈ ਬਕਵਾਸ ਮਾਰੀ ਜਾਏ ਆਪਦਾ ਘਰ ਤਾਂ ਆਪਣਾ ਹੀ ਹੁੰਦਾ ਹੈ। ਸੋ ਜਿਵੇਂ ਦੋਵੇਂ ਭਰਾ ਮਾਂ ਪਿਓ ਦੇ ਘਰ ਵਿੱਚ ਰਹਿੰਦੇ ਨੇ ਦੋਵਾਂ ਦਾ ਹੀ ਘਰ ਹੈ। ਇਉਂ ਲੋਕ ਜਿੰਨੀ ਮਰਜ਼ੀ ਬਕਵਾਸ ਮਾਰੀ ਜਾਣ ਵਾਲੇ ਸਿੰਘ ਆਪਦੇ ਘਰ ਨੂੰ ਆਜ਼ਾਦ ਕਰਾ ਕੇ ਇਹ ਆਪਣੇ ਘਰ ਦੇ ਵਿੱਚ ਰਹਿ ਰਹੇ ਨੇ। ਕੋਈ ਬਗਾਨਾ ਘਰ ਨਹੀਂ ਹੈ। ਜੇ ਅੱਤਵਾਦੀ ਵੱਖਵਾਦੀ ਜਾਂ ਖਾੜਕੂ ਜਾਂ ਇਹ ਲੜਾਈ ਝਗੜੇ ਵਾਲੇ ਜਾਂ ਕਿਸੇ ਦੇ ਵੈਰ ਵਿਰੋਧ ਵਾਲੇ ਹੁੰਦੇ ਤਾਂ ਫਿਰ ਇਹ ਹਿੰਦੁਸਤਾਨ ਨੂੰ ਆਪਣੀਆਂ ਜਾਨਾਂ ਕਿਉਂ ਵਾਰਦੇ। ਕੋਈ ਇਹਨਾਂ ਨੂੰ ਕਿਸੇ ਨੇ ਪੈਸੇ ਥੋੜ੍ਹੀ ਦਿੱਤੇ ਹੋਏ ਨੇ। ਵੇਖੋ ਆਪਸ ਸਲਾਹ ਕਰਦੇ ਨੇ ਵੀ ਜੇ ਮਰ ਗਏ ਤਾਂ ਕੋਈ ਗੱਲ ਨਹੀਂ ਸਵਰਗਾਂ 'ਚ ਪਹੁੰਚਾਂਗੇ। ਜਿਹੜੇ ਜਿਉਂਦੇ ਰਹਿਣਗੇ ਉਹ ਤਾਂ ਸੁੱਖ ਲੈਣਗੇ। ਸੋ ਵੇਖੋ ਇਹਨਾਂ ਸ਼ਹੀਦਾਂ ਸਿੰਘਾਂ ਦੀ ਬਦੌਲਤ ਜਿਨ੍ਹਾਂ ਦੇ ਅਸਥਾਨ ਤੇ ਆਪਾਂ ਬੈਠੇ ਹੋਏ ਹਾਂ ਅੱਜ ਸੁੱਖ ਆਰਾਮ ਦੇ ਨਾਲ ਆਪਦੇ ਘਰਾਂ 'ਚ ਬਾਲ ਬੱਚਿਆਂ 'ਚ ਰਹਿ ਰਹੇ ਹਾਂ। ਇਹਨਾਂ ਨੂੰ ਦਿਨ ਦੇ ਵਿੱਚ ਭਾਵੇਂ 100 ਵਾਰ ਮੱਥਾ ਟੇਕੋ ਤਾਂ ਵੀ ਥੋੜ੍ਹਾ ਹੈ। ਸਤਿਗੁਰੂ ਕਿਰਪਾ ਕਰ ਭੁੱਲਾ ਚੁੱਕਾ ਖਿਮਾ ਕਰੋਗੇ ਤਾਂ ਸਮਤ ਬਖਸ਼ੋ। ਦੋਹਰਾ ਆਏ ਜਹਾਨੋ ਸ਼ਾਹ ਰਲਿਓ ਬਿਆਸੈ ਰਾਵੀ ਮਾਹੇ। ਮਿਲੇ ਪਿਆਸੇ ਨੀਰ ਸਮ ਜੇਠ ਹਾੜ ਰੁੱਤ ਮਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।